ਹੈਲੋ ਫਰੈਂਡਸ, ਵੈਲਕਮ ਟੂ ਐਜੂਸਕੈਡ। ਇਸ ਲੈਕਚਰ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ETT ਦਾ ਇੰਗਲਿਸ਼ ਦਾ ਸਿਲੇਬਸ। ਸੋ ਅੱਜ ਦਾ ਸਾਡਾ ਲੈਕਚਰ ਹੈ ਆਰਟੀਕਲਸ ਦੇ ਉੱਤੇ। ਤੇ ਪਹਿਲਾਂ ਜਾਣਦੇ ਹਾਂ ਆਰਟੀਕਲਸ ਹੁੰਦੇ ਕੀ ਨੇ। ਆਰਟੀਕਲਸ ਬੇਸਿਕਲੀ ਡਿਟਰਮੀਨਰਸ, ਜਿਨ੍ਹਾਂ ਨੂੰ ਕਿ ਨਿਸ਼ਚੈ ਵਾਚਕ ਵੀ ਕਿਹਾ ਜਾਂਦਾ ਹੈ, ਇੱਕ ਡਿਟਰਮੀਨਰਸ ਦੀ ਤਰ੍ਹਾਂ ਕੰਮ ਕਰਦੇ ਹਨ। ਮਤਲਬ ਡਿਟਰਮੀਨਰਸ ਦੀ ਤਰ੍ਹਾਂ ਕਿਉਂ ਕਵਾਂਗੇ ਇਹਨਾਂ ਨੂੰ? ਕਿਉਂਕਿ ਇਹ ਨਾउन ਦਾ ਮਤਲਬ ਫਿਕਸ ਕਰਦੇ ਨੇ। ਕਾਜ਼ ਦੇ ਫਿਕਸ the meaning of noun। ਇਸ ਕਰਕੇ ਇਹਨਾਂ ਨੂੰ ਐਜ਼ ਅ ਡਿਟਰਮੀਨਰ ਵੀ ਟ੍ਰੀਟ ਕੀਤਾ ਜਾ ਸਕਦਾ ਹੈ, ਐਜ਼ ਅ ਡਿਟਰਮੀਨਰ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ। ਸੈਕਿੰਡ ਥਿੰਗ, ਇੱਕ ਐਗਜ਼ਾਮਪਲ ਲੈਂਦੇ ਹਾਂ, ਜਿਵੇਂ she bought a dress। Another example, she bought beautiful dress। ਹੁਣ ਇੱਥੇ ਬਿਊਟੀਫੁਲ ਕੀ ਹੈ? ਇਹ ਇੱਕ ਐਡਜੈਕਟਿਵ ਹੈ ਜੋ ਨਾउन ਤੋਂ ਪਹਿਲਾਂ ਯੂਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਜੇ ਅਸੀਂ ਉੱਪਰ ਵਾਲੇ ਸੈਂਟੈਂਸ ਨੂੰ ਦੇਖਦੇ ਹਾਂ, ਫਸਟ ਨੂੰ ਦੇਖਦੇ ਹਾਂ, ਤੇ ਇੱਥੇ ਆਹ ਵਾਲਾ ਜਿਹੜਾ ਵਰਡ ਹੈ, ਆਹ ਵੀ ਡਰੈਸ ਤੋਂ ਪਹਿਲਾਂ ਹੀ ਯੂਜ਼ ਕੀਤਾ ਗਿਆ। ਮੀਨਸ ਕਿ ਇਹ ਇੱਕ ਐਡਜੈਕਟਿਵ ਦੀ ਤਰ੍ਹਾਂ ਵੀ ਕੰਮ ਕਰਦੇ ਨੇ। ਡਿਫਰੈਂਸ ਕਿੱਥੇ ਆ ਜਾਂਦਾ ਹੈ? ਜੇ ਅਸੀਂ ਬਿਊਟੀਫੁਲ ਨੂੰ ਇੰਡੀਪੈਂਡੈਂਟਲੀ ਬੋਲਦੇ ਹਾਂ ਤੇ ਬਿਊਟੀਫੁਲ ਦਾ ਕੋਈ ਮੀਨਿੰਗ ਹੈ, ਬਟ ਜੇ ਅਸੀਂ ਨੂੰ ਇੰਡੀਪੈਂਡੈਂਟਲੀ ਬੋਲਦੇ ਹਾਂ ਉਹਦਾ ਕੋਈ ਮੀਨਿੰਗ ਨਹੀਂ ਹੈ। ਆਰਟੀਕਲਸ ਮੋਸਟਲੀ ਸਭ ਨੂੰ ਪਤਾ ਹੋਣਾ ਐਂਡ ਦ ਹੁੰਦੇ ਨੇ। ਇਹਨਾਂ ਨੂੰ ਡੀਪਲੀ ਬਾਅਦ ਚੋਂ ਡਿਸਕਸ ਕਰਦੇ ਹਾਂ। ਪਹਿਲਾਂ ਕੁਝ ਐਗਜ਼ਾਮਪਲਸ, ਕਿ ਅਗਰ ਮੈਂ ਕਹਿ ਦੇਵਾਂ ਕਿ ਸ਼ੀ ਬੌਟ ਬਿਊਟੀਫੁਲ ਡਰੈਸ, ਤੇ ਇਸ ਲਾਈਨ ਦਾ ਵੀ ਮੀਨਿੰਗ ਹੈ, ਸ਼ੀ ਬੌਟ ਅ ਡਰੈਸ, ਇਸ ਲਾਈਨ ਦਾ ਵੀ ਮੀਨਿੰਗ ਹੈ। ਬਟ ਬਿਊਟੀਫੁਲ ਨੂੰ ਜੇ ਮੈਂ ਇੰਡੀਪੈਂਡੈਂਟਲੀ ਬੋਲਾਂ ਤਾਂ ਉਹਦਾ ਇੱਕ ਅਲੱਗ ਮੀਨਿੰਗ ਹੈ। ਐਂਡ ਦ, ਇਹਨਾਂ ਨੂੰ ਮੈਂ ਇੰਡੀਪੈਂਡੈਂਟਲੀ ਬੋਲਾਂ, ਇਹਨਾਂ ਦਾ ਵਿਦਾਊਟ ਸੈਂਟੈਂਸ ਕੋਈ ਵੀ ਮਤਲਬ ਨਹੀਂ ਹੈ। ਤੇ ਸਟਾਰਟ ਕਰਦੇ ਹਾਂ ਆਰਟੀਕਲਸ ਦੀ ਟਾਈਪ ਤੋਂ। ਆਰਟੀਕਲਸ ਬੇਸਿਕਲੀ ਦੋ ਟਾਈਪਸ ਦੇ ਹੁੰਦੇ ਨੇ। ਫਸਟ ਹੈ ਸਾਡੇ ਕੋਲ indefinite ਆਰਟੀਕਲ, ਤੇ ਸੈਕਿੰਡ ਹੈ ਡੈਫੀਨੇਟ ਆਰਟੀਕਲ। ਇਨਡੈਫੀਨੇਟ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ? ਏ ਤੇ ਐਨ। ਔਰ ਡੈਫੀਨੇਟ ਦੇ ਵਿੱਚ ਸਿਰਫ ਦ। ਹੁਣ ਇਹਨਾਂ ਦਾ ਅੱਜ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਇਨਡੈਫੀਨੇਟ ਆਰਟੀਕਲਸ ਨੂੰ, ਏ ਔਰ ਐਨ ਨੂੰ। ਸੋ ਏ ਐਂਡ ਐਨ। ਵੋਵਲਸ ਔਰ ਕੌਨਸੋਨੈਂਟ ਸਾਊਂਡ ਤੋਂ ਅਗਰ ਇਹਨਾਂ ਦਾ ਅਸੀਂ ਸਟਾਰਟਿੰਗ ਕਰੀਏ, ਤੇ ਜਿਹੜਾ ਐਨ ਦਾ ਯੂਜ਼ ਹੈ ਉਹ ਅਗਰ ਕੋਈ ਨਾउन ਜਿਹਦਾ ਜਿਹੜਾ ਸਟਾਰਟਿੰਗ ਸਾਊਂਡ ਹੈ ਉਹ ਵੋਵਲ ਸਾਊਂਡ ਹੈ, ਉੱਥੇ ਅਸੀਂ ਐਨ ਦਾ ਯੂਜ਼ ਕਰਦੇ ਹਾਂ। ਤੇ ਕੋਈ ਇਹੋ ਜਿਹਾ ਨਾउन ਜਿਹਦਾ ਜਿਹੜਾ ਇਨੀਸ਼ੀਅਲ ਸਾਊਂਡ ਕੌਨਸੋਨੈਂਟ ਹੈ, ਉੱਥੇ ਅਸੀਂ ਏ ਦਾ ਯੂਜ਼ ਕਰਦੇ ਹਾਂ। ਬਟ ਇਹ ਦੋਨੋਂ ਸਿੰਗੂਲਰ ਕਾਊਂਟੇਬਲ ਨਾउन ਦੇ ਨਾਲ ਹੀ ਯੂਜ਼ ਹੁੰਦੇ ਨੇ। ਤੇ ਨਾउन ਨੂੰ ਅਗਰ ਜਾਣਨ ਦੀ ਕੋਸ਼ਿਸ਼ ਕਰੀਏ, ਨਾउन ਦੋ ਤਰ੍ਹਾਂ ਦੇ, ਕਾਊਂਟੇਬਲ ਔਰ ਅਨਕਾਊਂਟੇਬਲ। ਬੇਸਿਕਲੀ ਇਹਦੇ ਵਿੱਚ ਸਾਡੇ ਲਈ ਉਹੀ ਇੰਪੋਰਟੈਂਟ ਨੇ। ਨਾउन ਦੇ ਦੋ ਪਾਰਟਸ, ਕਾਊਂਟੇਬਲ ਔਰ ਅਨਕਾਊਂਟੇਬਲ। ਇੱਕ ਸੈਕਿੰਡ ਉਹਨਾਂ ਨੂੰ ਵੀ ਦੇਖ ਲੈਂਦੇ ਹਾਂ। ਨਾउन ਅਗਰ ਦੋ ਤਰ੍ਹਾਂ ਦੇ ਅਸੀਂ ਦੇਖੀਏ, ਕਾਊਂਟੇਬਲ ਤੇ ਸੈਕਿੰਡ ਅਨਕਾਊਂਟੇਬਲ। ਵਰਡਸ ਤੋਂ ਹੀ ਸਮਝ ਆ ਰਿਹਾ ਹੋਣਾ, ਕਾਊਂਟੇਬਲ ਦਾ ਮਤਲਬ ਹੈ ਜਿਨ੍ਹਾਂ ਨੂੰ ਗਿਣਿਆ ਜਾ ਸਕਦਾ, ਅਨਕਾਊਂਟੇਬਲ ਦਾ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਫॉर एग्जांपल, ਅਗਰ ਇੱਕ ਨਾउन ਹੈ ਗਰਲ, ਇਹ ਸਿੰਗੂਲਰ ਨਾउन ਹੈ ਤੇ ਇਹਦੀ ਪਲੂਰਲ ਫਾਰਮ ਕੀ ਹੋ ਜਾਏਗੀ? ਗਰਲਸ, ਰਾਈਟ।
ਇਹ ਇਹਦੀ ਪਲੂਰਲ ਫਾਰਮ ਹੋਏਗੀ। ਹੁਣ ਅਨਕਾਊਂਟੇਬਲ ਦੇ ਵਿੱਚ ਜਿਵੇਂ ਆਪਾਂ ਕੋਈ ਨਾउन ਲੈ ਲੈਂਦੇ ਆ ਆਇਲ, ਅਨਕਾਊਂਟੇਬਲ ਨਾउन ਹਮੇਸ਼ਾ ਸਿੰਗੂਲਰ 'ਚ ਹੀ ਰਹਿੰਦੇ ਨੇ, ਇਹਨਾਂ ਦੀ ਪਲੂਰਲ ਫਾਰਮ ਐਗਜ਼ਿਸਟ ਹੀ ਨਹੀਂ ਕਰਦੀ, ਪਲੂਰਲ ਫਾਰਮ ਡਜ਼ਨਟ ਐਗਜ਼ਿਸਟ। ਤੇ ਜਿਹੜੇ ਏ ਔਰ ਐਨ ਦਾ ਯੂਜ਼ ਹੈ ਉਹ ਸਿੰਗੂਲਰ ਕਾਊਂਟੇਬਲ ਨਾउन्स ਦੇ ਲਈ ਯੂਜ਼ ਹੁੰਦਾ। ਠੀਕ ਹੈ, ਬੇਸਿਕਲੀ ਆ ਚੀਜ਼ ਸਮਝਾਉਣ ਦਾ ਮੋਟਿਵ ਇਹੀ ਸੀਗਾ ਕਿ ਏ ਤੇ ਐਨ ਦਾ ਯੂਜ਼ ਕਾਊਂਟੇਬਲ ਜਿਹੜੇ ਸਿੰਗੂਲਰ ਨਾउन्स ਹੁੰਦੇ ਨੇ ਇਹਨਾਂ ਦੋਨਾਂ ਦਾ ਯੂਜ਼ ਉੱਥੇ ਹੁੰਦਾ, ਬਟ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਉਹਨੂੰ ਦੇਖਦੇ ਹਾਂ। ਏ ਦਾ ਯੂਜ਼ ਕਦੋਂ ਹੋਏਗਾ? ਵੈਨ ਇਨੀਸ਼ੀਅਲ ਕੌਨਸੋਨੈਂਟ sound of singular countable noun। ਜਦੋਂ ਕੋਈ ਵੀ ਵਰਡ ਲਿਖਿਆ ਹੋਇਆ ਉਹਦਾ ਸਾਊਂਡ ਜਿਹੜਾ ਆ ਉਹਦਾ ਇਨੀਸ਼ੀਅਲ ਸਾਊਂਡ ਕੌਨਸੋਨੈਂਟ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਕਾਰ ਕੌਨਸੋਨੈਂਟ ਹੈ, ਇਹਦਾ ਸਾਊਂਡ ਨਾਟ ਅਲਫਾਬੈਟ ਸਾਊਂਡ। ਤੇ ਐਨ ਦਾ ਦੇਖਦੇ ਹਾਂ ਵੋਵਲ ਸਾਊਂਡ ਆਫ ਸਿੰਗੂਲਰ ਕਾਊਂਟੇਬਲ ਨਾउन। ਵੋਵਲਸ ਮੋਸਟਲੀ ਸਭ ਨੂੰ ਪਤਾ ਹੋਏਗਾ 5 ਹੁੰਦੇ ਨੇ, ਏ ਈ ਆਈ ਓ ਤੇ ਯੂ। ਬਟ ਇੱਕ ਚੀਜ਼ ਦਾ ਧਿਆਨ ਰੱਖਣਾ, ਅਸੀਂ ਵਰਡਸ ਦਾ ਧਿਆਨ ਨਹੀਂ ਰੱਖਣਾ, ਅਲਫਾਬੈਟਸ ਦਾ ਧਿਆਨ ਨਹੀਂ ਰੱਖਣਾ, ਅਸੀਂ ਸਾਊਂਡ ਦਾ ਧਿਆਨ ਰੱਖਣਾ। ਕੁਛ ਐਗਜ਼ਾਮਪਲਸ ਮੈਂ ਦੱਸਦੀ ਹਾਂ, ਫਿਰ ਉਸ ਤੋਂ ਬਾਅਦ ਤੁਸੀਂ ਦੱਸੋਗੇ, ਮੈਂ ਕੁਛ ਐਗਜ਼ਾਮਪਲਸ ਦੇਵਾਂਗੀ। ਫॉर एग्जाम्पल एलिफेंट, होम, ऑनेस्ट, ऑप्शन। ਹੁਣ ਜਦੋਂ ਅਸੀਂ ਇਹਨਾਂ ਵਰਡਸ ਨੂੰ ਦੇਖਾਂਗੇ ਧਿਆਨ ਨਾਲ, ਐਲੀਫੈਂਟ ਇਹਦਾ ਸਾਊਂਡ ਕੀ ਆ ਰਿਹਾ? ਐ ਦਾ ਸਾਊਂਡ ਆ ਰਿਹਾ, ਐ ਦੀ ਆਵਾਜ਼ ਆ ਰਹੀ ਹੈ, ਸੋ ਦੈਟ ਅਸੀਂ ਇਹਦੇ ਅੱਗੇ ਐਨ ਲਗਾਵਾਂਗੇ ਤੇ ਇਹ ਸਿੰਗੂਲਰ ਹੈ, ਇਸ ਕਰਕੇ ਐਨ ਦਾ ਯੂਜ਼ ਕੀਤਾ ਗਿਆ। ਹੋਮ ਇੱਥੇ ਆਵਾਜ਼ ਹ ਦੀ ਆ ਰਹੀ ਹੈ ਤੇ ਹ ਦੀ ਆਵਾਜ਼ ਆ ਰਹੀ ਹੈ, ਇਟ ਮੀਨਸ ਏ ਯੂਜ਼ ਹੋਏਗਾ ਇਹਦੇ ਅੱਗੇ। ਇਹ ਨਾउन ਨੇ ਸਾਰੇ, ਠੀਕ ਹੈ। ਤੇ ऑनेस्ट ਇਹ ਤਾਂ ਇੱਥੇ ਅਸੀਂ ऑनेस्ट ਨਹੀਂ, ਅਗਰ ਜਿਵੇਂ ਕੋਈ ਸੈਂਟੈਂਸ ਦਿੱਤਾ ਹੋਵੇ ਹੀ ਇਜ਼ ਡੈਸ਼ ऑनेस्ट ਪਰਸਨ, ਉਹ ਇੱਕ ਇਮਾਨਦਾਰ ਵਿਅਕਤੀ ਹੈ, ਉਸ ਟਾਈਮ 'ਤੇ ਇਹਨੂੰ ਅਸੀਂ ਪੜ੍ਹਦੇ ਕੀ ਆ? ऑनेस्ट ਪੜ੍ਹਦੇ ਹਾਂ, ਅਤੇ ਇਹਦੇ ਵਿੱਚ ਓ ਦੀ ਆਵਾਜ਼ ਆਉਂਦੀ ਹੈ, ਨਾ ਕਿ ਹ ਦੀ ਆਵਾਜ਼ ਆਉਂਦੀ ਹੈ। ਅਤੇ ਇਸ ਕਰਕੇ ਇਹਦੇ ਲਈ ਇਹਦੇ ਅੱਗੇ ਕਿਹੜਾ ਆਰਟੀਕਲ ਯੂਜ਼ ਕਰਾਂਗੇ? ਐਨ। ਆਪਸ਼ਨ ਇਹਦੇ ਵਿੱਚ ਵੀ ਓ ਦੀ ਆਵਾਜ਼ ਆ ਰਹੀ ਹੈ, ਇਸ ਕਰਕੇ ਇੱਥੇ ਵੀ ਅਸੀਂ ਕੀ ਯੂਜ਼ ਕਰਾਂਗੇ? ਐਨ। ਅਤੇ ਕੁਛ ਐਗਜ਼ਾਮਪਲਸ ਮੈਂ ਦਿੰਦੀ ਹਾਂ, ਉਹਨਾਂ ਦੇ ਵਿੱਚੋਂ ਤੁਸੀਂ ਦੇਖੋ ਕਿ ਕਿਸ ਨਾउन ਦੇ ਨਾਲ ਏ ਜਾਂ ਐਨ ਦੇ ਵਿੱਚੋਂ ਕਿਹੜਾ ਆਪਸ਼ਨ ਆਏਗਾ। ਹਿਸਟਰੀ, ਆਰ, honor, air, Europe, air, ME, exam, SHO, E, U, 1 I, man, 1 rupee note। ਸੋ ਫਰੈਂਡਸ, ਇਹ ਕੁਛ ਵਰਡਸ ਨੇ, ਇਹਨਾਂ ਨੂੰ ਨੋਟ ਕਰੋ ਅਤੇ ਤੁਸੀਂ ਦੇਖੋ ਕਿ ਇਹਨਾਂ ਦੇ ਵਿੱਚੋਂ ਕਿਹੜੇ ਵਰਡ ਦੇ ਨਾਲ ਏ ਯੂਜ਼ ਹੋਏਗਾ ਅਤੇ ਕਿਹਦੇ ਨਾਲ ਐਨ ਯੂਜ਼ ਹੋਏਗਾ।
सो नाउ लेट मी टेल यू हिस्ट्री इच ह की आवाज़ आ रही है तो ऑबवियसली इतने ए का यूज़ करांगे असी एज अ आर्टिकल। तो इस वर्ड को असी की कहने आर कहने नॉट ह। इतने अ की आवाज़ नहीं आती, अ की आवाज़ आती है, इस करके इतने एन आर यूज़ होएगा। इतने भी ऑनर ओ की आवाज़ आती है, इस करके इतने भी एन यूज़ होएगा। ईयर वोवल साउंड आ, इस करके एन। बट एक चीज़ का ध्यान रखियो, इतने ईयर ये सिंगुलर से इस करके एन यूज़ किया। जो इतने ईयर्स दिता होंदा फिर असी एन यूज़ नहीं करना सी। तो इस वर्ड को असी पढ़ते हैं यूरोप। य तो यदा साउंड स्टार्ट होंदा है ना, तो यदा ई तो साउंड नहीं स्टार्ट होंदा, य यूरोप तो स्टार्ट होंदा है। यूरोपियन बेसिकली इतने लिख लें जिमें इंडियन आप कह दें, उस तरह अगर कोई यूरोपियन परसन है तो उन्होंने आप ए यूरोपियन कहेंगे, एन यूरोपियन नहीं। तो यह वर्ड इनू ए इक्वल होंदा है जिमें एयर का साउंड होंदा है ना, जिमें असी एयर नू प्रोनाउंस करते हैं सेम इनू भी एयर ही प्रोनाउंस करते हैं। ये ह की आवाज़ नहीं आती, इस करके इनू भी एन ही कहेंगे। इसका मतलब होंदा उत्तराधिकारी। तो एम ए यदी स्टार्टिंग ये साउंड वाल ध्यान दो, एम ए इतने ए की आवाज़ आ रही है, इस करके इतने भी एन आएगा। इतने एम वर्ड नू नहीं देखना, असी साउंड नू देखना एग्जाम, सो दैट इतने भी एन। एस एच ओ ए स्टार्टिंग साउंड वोवल साउंड है जो असी इनू प्रोनाउंस करते हैं, सो दैट इतने भी एन। नैक्सट इस वर्ड में असी ईव कहने तो ये भी वोवल साउंड है, इस करके एन। तो इस वर्ड को असी की कहने यू कहने, ठीक है, इस करके इतने ए यूज़ होएगा। और नैक्सट इज वन आई मैन। वन इतने ओ नू ओदे वाल नहीं ध्यान देना, ओ नू असी प्रोनाउंस की करते हैं वन, व तो प्रोनाउंस करते हैं, इस करके ए वन आई मैन। इतने वन रुपी नोट, वन रुपी नोट इतने भी अ वन रुपी नोट। और इस चीज़ का ध्यान रखना, अगर इस चीज़ की कन्फ्यूजन होंगी है कि ए और वन दोनों का मीनिंग सेम है तो सुपर फ्लॉस तो नहीं हो जाएंगे, तो बिल्कुल नहीं होंगे, क्योंकि इस चीज़ वाल ध्यान दो इतने नोट किया ए नाउन है, ठीक है, तो वन रुपी की है ये एडजैक्टिव है, ठीक है। तो यह जोड़ा ए है इस नोट नू मैंशन कर रहा है, इस नोट बारे सानू दस रहा है। तो इत्थे ए और वन का आपस कोई कनैक्शन नहीं है। ए वन रुपी नोट एक रुपये का नोट, ठीक है। एक ए और वन दे विच डिफरेंस की हो जाता समटाइम्स, जिमें एक एग्जाम्पल लै लीए गिव मी अ पैन। जिमें तुसी किसी शॉपकीपर नू कहता गिव मी अ पैन, तुसी उन्होंने कहता भी मैनू एक पैन दे दो, कोई भी पैन दे दो, उस तुसी जनरल सेंस दे विच क्या है, फिर वो स्पैशली तुहानू पुछेगा किहड़ा जैल पैन, फिर तुसी कोई पैन का नाम दसोगे या कुछ स्पैशली वो बारे दसोगे, रैड पैन चाहिए, ब्लू पैन चाहिए, ठीक है। तो ए दा इत्थे यूज जनरल सेंस दे विच हुंदा है, ठीक है। बट वन का यूज करने का मतलब है जिवें मैं क्या गिव मी वन पैन, तो वो की दसदा, वो नंबरिंग दसदा है। ए का यूज जनरल सेंस दे विच हुंदा है, अगर वन का यूज कर रहे हैं तो ये नंबर्स नू मैंशन करता है, 1 2 3, ठीक है, ये डिफरेंस है। और एक चीज़ होर जो स्पैशली नोट करने वाली है कि ज़रूरी नहीं कि हमेशा जड़ा ए या एन का यूज़ है वो थोड़े नाउन के नाल ही होवे। सम टाइम जो असी वर्ब नू एज अ नाउन यूज़ करते हैं, किसी वर्ब नू एज अ नाउन यूज़ करते हैं, उस टाइम भी ए और एन का यूज़ हो सकता है। पहला रूल नोट कर लो, when a verb is used as a singular countable noun, we use a or an। उन्हें दी एग्जाम्पल की है, फॉर एग्जाम्पल मोस्टली सबने सुनया भी होना, डू नॉट टेल अ लाई। हूँ इतने लाई की है, अगर देखा जाए लाई एक
वर्ब है, बट इत्थे आर ई वर्ब, ठीक है। ਤੇ ਆ ਲਾਈ ਜਿਹੜਾ ਤੁਹਾਡਾ ਉਹ ਵਰਬ ਐਜ਼ ਅ ਨਾउन ਯੂਜ਼ ਹੋਈ ਹੈ ਇੱਥੇ, ਸੋ ਦੈਟ ਅਸੀਂ ਇੱਥੇ ਕੀ ਯੂਜ਼ ਕਰਿਆ ਲਾਈ ਦੇ ਲਈ, ਏ ਯੂਜ਼ ਕਰਿਆ। ਹੁਣ ਇੱਥੇ ਤੱਕ ਹੋਈ ਇਨਡੈਫੀਨਿਟ ਆਰਟੀਕਲਸ ਦੀ ਗੱਲ। ਲਾਸਟ ਦੇ ਵਿੱਚ ਤੁਹਾਨੂੰ ਕੁਝ ਐਗਜ਼ਾਮਪਲ ਦੇ ਦਿੱਤੀਆਂ ਜਾਣਗੀਆਂ ਤੇ ਜੋ ਕਿ ਤੁਹਾਡੇ ਹੋਮਵਰਕ ਦੀ ਤਰ੍ਹਾਂ ਹੋਣਗੀਆਂ, ਤੁਸੀਂ ਉਹਨੂੰ ਖੁਦ ਟਰਾਈ ਕਰੋਗੇ। ਤੇ ਹੁਣ ਥੋੜੀ ਜੀ ਗੱਲ ਕਰਦੇ ਹਾਂ ਡੈਫੀਨਿਟ ਆਰਟੀਕਲਸ ਦੀ। ਡੈਫੀਨਿਟ ਆਰਟੀਕਲ ਦੇ ਵਿੱਚ ਇੱਕ ਹੀ ਚੀਜ਼ ਆਉਂਦੀ ਹੈ, ਡੈਫੀਨਿਟ ਆਰਟੀਕਲਸ ਬੇਸਿਕਲੀ ਅਸੀਂ ਸਿਰਫ ਦ ਦੇ ਬਾਰੇ ਸਟੱਡੀ ਕਰਦੇ ਹਾਂ। ਤੇ ਅਗਰ ਦ ਦੀ ਗੱਲ ਕਰੀਏ ਤੇ ਦ ਦਾ ਯੂਜ਼ ਜਨਰਲ ਸੈਂਸ ਦੇ ਵਿੱਚ ਨਹੀਂ ਹੁੰਦਾ, ਦ ਦਾ ਯੂਜ਼ ਸਪੈਸੀਫਿਕ ਜਾਂ ਪਰਟੀਕੂਲਰ ਸੈਂਸ ਦੇ ਵਿੱਚ ਹੁੰਦਾ ਹੈ, ਜਦੋਂ ਕਿਸੇ ਪਰਟੀਕੂਲਰ ਚੀਜ਼ ਦੀ ਗੱਲ ਕਰਦੇ ਹਾਂ। ਜਿਵੇਂ ਡਿਫਰੈਂਸ ਕੀ ਹੈ, ਇੱਕ ਐਗਜ਼ਾਮਪਲ ਦੱਸ ਦਿੰਦੇ ਹਾਂ। ਫॉर एग्जाम्पल मैं ਤੁਹਾਨੂੰ ਕਿਹਾ ਕਿ ਗਿਵ ਮੀ ਅ ਪੈਨ, ਜਿਵੇਂ ਆਪਾਂ ਹੁਣੇ ਐਗਜ਼ਾਮਪਲ ਪੜ੍ਹੀ ਤੇ ਮੈਂ ਤੁਹਾਨੂੰ ਕਹਿ ਦਿੱਤਾ ਗਿਵ ਮੀ ਅ ਪੈਨ, ਵਿਚ ਮੀਨਸ ਮੈਨੂੰ ਕੋਈ ਵੀ ਪੈਨ ਲਿਆ ਕੇ ਦੇ ਦਿਓ, ਠੀਕ ਹੈ। ਅਗਰ ਮੈਂ ਤੁਹਾਨੂੰ ਕਹਿ ਰਹੀ ਹਾਂ ਗਿਵ ਮੀ ਦ ਪੈਨ ਵਿਚ ਇਜ਼ ਔਨ ਦ ਟੇਬਲ, ਮੈਨੂੰ ਉਹ ਪੈਨ ਦਿਓ ਜਿਹੜਾ ਟੇਬਲ 'ਤੇ ਪਿਆ ਆ, ਤੇ ਮੈਂ ਇੱਕ ਸਪੈਸ਼ਲ ਚੀਜ਼ ਦੀ, ਇੱਕ ਪਰਟੀਕੂਲਰ ਚੀਜ਼ ਦੀ ਗੱਲ ਕਰ ਰਹੀ ਹਾਂ ਤੇ ਮੈਨੂੰ ਉਹੀ ਚੀਜ਼ ਚਾਹੀਦੀ ਹੈ। ਇਹ ਡਿਫਰੈਂਸ ਹੈ ਡੈਫੀਨਿਟ ਔਰ ਇਨਡੈਫੀਨਿਟ ਆਰਟੀਕਲ ਦੇ ਵਿੱਚ, ਜਾਂ ਫਿਰ ਜਨਰਲ ਸੈਂਸ ਔਰ ਪਰਟੀਕੂਲਰ ਸੈਂਸ ਦੇ ਵਿੱਚ, ਓਕੇ। ਤੇ ਇੱਕ ਸੈਕਿੰਡ ਚੀਜ਼ ਕੀ ਹੁੰਦੀ ਆ ਕਿ ਦ ਦਾ ਯੂਜ਼ ਅਸੀਂ ਉਦੋਂ ਕਰ ਰਹੇ ਹਾਂ, ਮਤਲਬ ਸਪੈਸੀਫਿਕ ਜਾਂ ਪਰਟੀਕੂਲਰ ਸੈਂਸ ਦਾ ਮੀਨਿੰਗ ਕੀ ਹੈ, ਜਦੋਂ ਮੈਂ ਗੱਲ ਕਰ ਰਹੀ ਹਾਂ, ਠੀਕ ਹੈ। ਤੇ ਜੇ ਮੈਂ ਜਿਹਦੇ ਨਾਲ ਗੱਲ ਕਰ ਰਹੀ ਹਾਂ ਉਹ ਲਿਸਨਰ ਵੀ ਮੇਰੀ ਗੱਲ ਤੋਂ, ਜਾਂ ਜਿਸ ਚੀਜ਼ ਬਾਰੇ ਮੈਂ ਗੱਲ ਕਰ ਰਹੀ ਹਾਂ ਉਹ ਲਿਸਨਰ ਵੀ ਉਸ ਚੀਜ਼ ਤੋਂ ਅਵੇਅਰ ਹੈ। ਤੇ ਇਹ ਚੀਜ਼ ਵੀ ਤੁਸੀਂ ਨੋਟ ਕਰਨੀ ਹੈ ਕਿ ਲਿਸਨਰ is aware about the noun। ਜਿਹੜੇ ਵੀ ਨਾउन ਦੀ ਗੱਲ ਕੀਤੀ ਜਾਏਗੀ ਉਸ ਸੈਂਟੈਂਸ ਦੇ ਵਿੱਚ, ਉਹਦੇ ਬਾਰੇ ਲਿਸਨਰ ਜਾਂ ਫਿਰ ਰੀਡਰ ਵੀ ਕਹਿ ਸਕਦੇ ਹਾਂ, ਜਿਹੜਾ ਪੜ੍ਹ ਰਿਹਾ ਹੋਵੇ। ਅਗਰ ਕੋਈ, ਜਿਵੇਂ ਕੋਈ ਬੁੱਕ ਦੇ ਵਿੱਚ ਕੋਈ ਸਟੋਰੀ ਲਿਖੀ ਹੋਈ ਆ ਤੇ ਜਿਹੜਾ ਪੜ੍ਹ ਰਿਹਾ ਹੋਵੇ, ਰੀਡਰ ਹੋਵੇ, ਉਹ ਵੀ ਉਸ ਚੀਜ਼ ਬਾਰੇ ਅਵੇਅਰ ਹੁੰਦਾ ਆ, ਉਸ ਟਾਈਮ ਅਸੀਂ ਦ ਦਾ ਯੂਜ਼ ਕਰਦੇ ਹਾਂ। ਤੇ ਦ ਦਾ ਯੂਜ਼ ਵੀ ਸਾਊਂਡ ਬੇਸ 'ਤੇ ਹੁੰਦਾ ਆ। ਦ ਨੂੰ ਅਸੀਂ ਦੋ ਤਰੀਕੇ ਨਾਲ ਬੋਲਦੇ ਹਾਂ। ਇੱਕ ਅਸੀਂ ਕਹਿੰਦੇ ਹਾਂ ਉਹਨੂੰ ਦ, ਇੱਕ ਕਹਿੰਦੇ ਹਾਂ ਦੀ, मतलब हाँ दी कह सकते हैं, ठीक है। द और दी। ते द दा यूज़ मतलब द नू द कदों कहने आ, जदों नाउन दा जिहड़ा इनिशियल साउंड है वो की है, कॉन्सोनेंट है, इनिशियल कॉन्सोनेंट साउंड। ते इनू दी उदों कहने आ जदों इनिशियल साउंड की है, वोवल साउंड है, इनिशियल वोवल साउंड। फॉर एग्जाम्पल जिमें एक एग्जाम्पल ले लिए, द किंग, इधर द ऑप्शन, ठीक है। हुण इनदा स्टार्टिंग साउंड वो है, बट उदों ही जदों यूज़ जिहड़ा लिसनर है इहदे नाल अवेयर होएगा। होर एग्जाम्पल्स तो तुहानूं ज़्यादा क्लीयर होएगा। हुण छोटे हुंदे ने सब ने स्टोरीज बहुत वारी पढ़िया होनियां, जिवें थ्रस्टी क्रो काफ़ी बार पढ़ी होनियां। ਉਹਦੇ 'ਚ स्टार्टिंग की करते हैं, वंस देयर वाज अ क्रो, ਉਹ ਤੋਂ ਆਪਾਂ ए यूज़ करते हैं, बट ਉਹ ਤੋਂ ਬਾਅਦ ਹੌਲੀ ਹੌਲੀ ਆਪਾਂ ਜਦੋਂ ਨੈਕਸਟ ਟਾਈਮ ਉਸ ਕਰੋ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਦ ਕਰੋ ਕਹਿਣ ਲੱਗ ਜਾਂਦੇ ਹਾਂ। ਕਿਉਂ? ਕਿਉਂਕਿ ਰੀਡਰ ਹੁਣ ਅਵੇਅਰ ਹੈ ਅਸੀਂ ਇੱਕ ਸਪੈਸੀਫਿਕ ਕਰੋ ਦੀ ਹੀ ਗੱਲ ਕਰ ਰਹੇ ਹਾਂ। ਤੇ ਉਹਦੀ ਤਰ੍ਹਾਂ ਹੀ ਇੱਕ ਐਗਜ਼ਾਮਪਲ ਲੈਂਦੇ ਹਾਂ। ਪਹਿਲਾਂ ਤੁਸੀਂ ਰੂਲ ਲਿਖੋ ਕਿ ਵੈਨ ਅ ਸਿੰਗੂਲਰ countable noun is introduced, we use a or an plus singular
ਕਾਊਂਟੇਬਲ ਨਾउन ਮਤਲਬ ਜਦੋਂ ਕਿਸੇ ਸਿੰਗੂਲਰ ਕਾਊਂਟੇਬਲ ਨਾउन ਨੂੰ ਸਟਾਰਟਿੰਗ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਉਦੋਂ ਅਸੀਂ ਏ ਐਨ ਤੇ ਉਹ ਤੋਂ ਬਾਅਦ ਯੂਜ਼ ਕਰਦੇ ਹਾਂ ਸਿੰਗੂਲਰ ਕਾਊਂਟੇਬਲ ਨਾउन ਨੂੰ। ਸੈਕੰਡ ਥਿੰਗ, ਜਦੋਂ when it is mentioned again, ਜਦੋਂ ਉਹਨੂੰ ਦੁਬਾਰਾ ਅਸੀਂ ਮੈਂਸ਼ਨ ਕਰਾਂਗੇ ਆਪਣੀ ਸਟੋਰੀ ਦੇ ਵਿੱਚ ਕਹਿ ਲਓ ਜਾਂ ਜਦੋਂ ਅਸੀਂ ਦੁਬਾਰਾ ਉਹਨ ਦੀ ਗੱਲ ਕਰਾਂਗੇ ਕਿਤੇ ਵੀ ਤੇ ਫਿਰ ਕੀ ਯੂਜ਼ ਹੋਏਗਾ, the plus that noun। ਠੀਕ ਹੈ, ਹੁਣ ਉਹਦੇ ਲਈ ਇੱਕ ਐਗਜ਼ਾਮਪਲ, once there was dash king, dash king had a daughter, dash king in the neighborhood wanted to marry dash princess। ਸੋ ਇਸ ਪੈਰਾਗ੍ਰਾਫ ਨੂੰ ਅਗਰ ਅਸੀਂ ਅੱਛੀ ਤਰ੍ਹਾਂ ਸਟੱਡੀ ਕਰੀਏ ਤਾਂ ਦੇਖੋ, once there was dash king, ਇੱਕ ਰਾਜੇ ਦੀ ਗੱਲ ਕੀਤੀ ਗਈ ਹੈ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ, ਸਟਾਰਟਿੰਗ 'ਚ ਸਾਨੂੰ ਦੱਸਿਆ ਗਿਆ, ਉਹਨੂੰ ਇੰਟਰੋਡਿਊਸ ਕਰਵਾਇਆ ਗਿਆ। ਠੀਕ ਹੈ, ਸੋ ਅਸੀਂ ਕੀ ਯੂਜ਼ ਕਰਾਂਗੇ, ਏ ਜਾਂ ਐਨ, ਤੇ ਇਹ ਕੌਨਸੋਨੈਂਟ ਸਾਊਂਡ ਹੈ ਸੋ ਦੈਟ ਅਸੀਂ ਕੀ ਯੂਜ਼ ਕੀਤਾ, ਏ। ਡੈਸ਼ ਕਿੰਗ ਹੈਡ ਅ ਡਾਟਰ, ਇਸੇ ਕਿੰਗ ਦੀ ਗੱਲ ਕੀਤੀ ਗਈ ਹੈ ਕਿ ਉਸ ਕਿੰਗ ਦੀ ਇੱਕ ਬੇਟੀ ਸੀ, ਸੋ ਅਸੀਂ ਇੱਥੇ ਕੀ ਯੂਜ਼ ਕਰਾਂਗੇ, ਦ ਕਿੰਗ। ਡੈਸ਼ ਕਿੰਗ ਇਨ ਦ ਨੇਬਰਹੁੱਡ wanted to marry dash princess, dash king in the neighborhood, ਹੁਣ ਉਹਨਾਂ ਦੇ ਨੇਬਰਹੁੱਡ ਦੇ ਵਿੱਚ ਕੋਈ ਕਿੰਗ ਹੈ। ਠੀਕ ਹੈ, ਤੇ ਇਹ ਕੋਈ ਹੋਰ ਕਿੰਗ ਹੈ, ਇਸ ਕਿੰਗ ਦੀ ਗੱਲ ਨਹੀਂ ਕੀਤੀ ਗਈ, ਸੋ ਇੱਥੇ ਕੀ ਯੂਜ਼ ਕਰਾਂਗੇ, ਅ ਕਿੰਗ ਇਨ ਦ ਨੇਬਰਹੁੱਡ wanted to marry dash princess। ਪ੍ਰਿੰਸੈਸ ਕੌਣ ਹੋਏਗੀ, ਉਹ ਉਸੇ ਰਾਜਾ ਦੀ ਡਾਟਰ ਜਿਹਦੀ ਗੱਲ ਪਹਿਲਾਂ ਕੀਤੀ ਗਈ ਹੈ। ਹੁਣ ਇਸ ਡਾਟਰ ਦੀ ਗੱਲ ਪਹਿਲਾਂ ਕੀਤੀ ਗਈ ਹੈ, ਇਹਨੂੰ ਹੀ ਐਜ਼ ਅ ਪ੍ਰਿੰਸੈਸ ਮੈਂਸ਼ਨ ਕੀਤਾ ਗਿਆ, ਸੋ ਦੈਟ ਇੱਥੇ ਅਸੀਂ ਦ ਦਾ ਯੂਜ਼ ਕਰਾਂਗੇ। ਸੋ ਆਈ ਹੋਪ ਕਿ ਇੰਨੀ ਕੁ ਗੱਲ ਤੁਹਾਨੂੰ ਸਮਝ ਆਈ ਹੋਏਗੀ ਕਿ ਏ ਔਰ ਦ, ਏ ਐਨ ਔਰ ਦ ਮਤਲਬ ਡੈਫੀਨੇਟ ਔਰ ਇਨਡੈਫੀਨੇਟ ਆਰਟੀਕਲ ਦੇ ਵਿੱਚ ਡਿਫਰੈਂਸ ਕੀ ਸੀ ਬੇਸਿਕ ਜਿਹਾ, ਅਤੇ ਕੁਛ ਐਗਜ਼ਾਮਪਲਸ ਤੁਹਾਨੂੰ ਦੇ ਦਿੰਦੇ ਹਾਂ ਅਤੇ ਉਹਨਾਂ ਨੂੰ ਤੁਸੀਂ ਖੁਦ ਟਰਾਈ ਕਰਨਾ, ਅਤੇ ਬਾਕੀ ਅਸੀਂ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਸੋ ਪਲੀਜ਼ ਆ ਐਗਜ਼ਾਮਪਲਸ ਨੋਟ ਡਾਊਨ ਕਰੋ ਅਤੇ ਇਹਨਾਂ ਨੂੰ ਤੁਸੀਂ ਖੁਦ ਟਰਾਈ ਕਰਨਾ। ਸੋ ਥੈਂਕ ਯੂ ਸੋ ਮਚ ਫਰੈਂਡਸ, ਬਾਕੀ ਅਸੀਂ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ ਫॉर ਵਾਚਿੰਗ।